ਹੈਲੋ एवरीवन ਸੌਰੀ ਮੈਨੂੰ ਲੱਗਿਆ ਕਿ ਮੈਂ ਆਪਣੇ ਪਾਰਟਨਰ ਦਾ फ़ोन ਯੂਜ਼ ਕਰ ਰਹੀ ਸੀ। ਮੈਂ ਸੋਚਿਆ ਕਿਤੇ ਮੈਂ ਉਹਨਾਂ ਦੇ ਅਕਾਊਂਟ ਤੋਂ ਨਾ ਲੌਗਇਨ ਕਰਤਾ ਹੋਵੇ। ਸੋ ਹਾਂਜੀ, ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਜਿਹੜਾ ਸਾਨੂੰ ਕਾफ़ੀ ਜਾਣੇ ਲੋਕਾਂ ਦੇ ਮੈਸੇਜ ਆਏ ਕਿ ਅਸੀਂ ਆਪਣੇ ਬੱਚਿਆਂ ਨੂੰ ਕੋਵਿਡ-19 ਇਸ ਵਾਇਰਸ ਇਸ ਦੌਰਾਨ ਜਿਹੜੀ ਕਿ ਬਹੁਤ ਵੱਡੀ ਲਹਿਰ ਆ, ਸਾਨੂੰ ਪਤਾ ਇੱਕ ਕ੍ਰਾਈਸਿਸ ਸਿਚੁਏਸ਼ਨ ਸਾਡੇ ਲਈ ਬਣ ਚੁੱਕੀ ਆ, ਉਸ 'ਚ ਅਸੀਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ। ਐਂਡ ਇਹ ਸਿਚੁਏਸ਼ਨ 'ਚ ਅਸੀਂ ਸਾਡੇ ਬੱਚੇ ਡਰ ਵੀ ਰਹੇ ਨੇ, ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਡਰੇ ਹੋਏ ਨੇ ਜਾਂ ਐਂਗਸ਼ੀਅਸ ਮਹਿਸੂਸ ਕਰਦੇ ਨੇ। ਐਂਡ ਉਹਨਾਂ ਦੀ ਜ਼ਿੰਦਗੀ ਬਹੁਤ ਤਰੀਕੇ ਨਾਲ ਬਦਲੀ ਆ। ਸੋ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਇਸ ਚੀਜ਼ ਤੋਂ ਮਦਦ ਕਰ ਸਕਦੇ ਕਿ ਤਾਂ ਜੋ ਮਾਨਸਿਕ ਤੌਰ 'ਤੇ ਇੰਪੈਕਟ ਨਾ ਹੋਣ। ਹਾਂਜੀ, ਸੋ ਪਹਿਲਾਂ ਤਾਂ ਆਪਾਂ ਇੱਕ ਦੇਖੀਏ ਕਿ ਅਸੀਂ ਆਪਣੇ ਆਪ ਦੇ ਵਿੱਚ ਆਪ ਮਾਨਸਿਕ ਤੌਰ 'ਤੇ ਸਾਡੇ ਲਈ ਇਹ ਚੀਜ਼ ਕਿੰਨੀ ਇੰਪੈਕਟ ਕੀਤੀ ਹੈ, ਅਸੀਂ ਮਾਨਸਿਕ ਤੌਰ 'ਤੇ ਕੀ ਮਹਿਸੂਸ ਕਰ ਰਹੇ ਹਾਂ। ਸੋ ਪਹਿਲਾਂ ਤਾਂ ਅਸੀਂ ਇਹ ਚਾਹੀਏ ਕਿ ਸਾਡਾ ਜਿਹੜਾ ਬਲੀਫ ਸਿਸਟਮ ਹੈ ਨਾ, ਜਿਹੜੇ ਬਲੀਫ ਸਿਸਟਮ ਨਾਲ, ਜਿਹੜੀ ਸੋਚ ਨਾਲ ਅਸੀਂ ਬੱਚਾ ਪਾਲਦੇ ਹਾਂ, ਅਸੀਂ ਹਮੇਸ਼ਾ ਇਹ ਦੱਸਦੇ ਹਾਂ ਕਿ ਜ਼ਿੰਦਗੀ ਇੱਕ ਖੁਸ਼ੀ ਖੁਸ਼ੀ ਖੁਸ਼ੀ, ਹਰ ਵਕਤ ਖੁਸ਼ੀ। ਜੇ ਤੁਸੀਂ ਵਿਆਹ ਕਰਾਓਗੇ ਤੁਹਾਡੀਆਂ ਖੁਸ਼ੀਆਂ ਵਧਣਗੀਆਂ, ਜੇ ਤੁਸੀਂ ਵੱਡੀਆਂ ਡਿਗਰੀਆਂ ਲਓਗੇ ਤੁਹਾਡੀਆਂ ਖੁਸ਼ੀਆਂ ਵਧਣਗੀਆਂ, ਜੇ ਤੁਸੀਂ ਵੱਡੀ ਜੌਬ ਕਰੋਗੇ ਤੁਹਾਡੀਆਂ ਖੁਸ਼ੀਆਂ ਵਧਣਗੀਆਂ, ਜੇ ਤੁਹਾਡੀ ਜ਼ਿੰਦਗੀ 'ਚ ਬੱਚੇ ਹੋਣਗੇ ਫਿਰ ਤੁਹਾਡੀਆਂ ਖੁਸ਼ੀਆਂ ਵਧਣਗੀਆਂ, ਜੇ ਤੁਹਾਡਾ ਵੱਡਾ ਘਰ ਹੋਊਗਾ ਤੁਹਾਡੀ ਖੁਸ਼ੀ ਵਧੂਗੀ, ਵਧੀਆ ਤੁਸੀਂ ਥਾਂ 'ਤੇ ਕੰਟਰੀ 'ਤੇ ਜਾਓਗੇ ਤੁਹਾਡੀਆਂ ਖੁਸ਼ੀਆਂ ਵਧਣਗੀਆਂ। ਐਂਡ ਬਿਕਾਜ਼ ਸਾਨੂੰ ਇੱਕ ਚੀਜ਼ ਦਾ ਰੱਟਾ ਸਾਡੇ ਘਰ ਦੇ ਵਿੱਚ, ਸਾਡੇ ਬਚਪਨ ਦੇ ਵਿੱਚ ਇੰਨਾ ਜ਼ਿਆਦਾ ਸਿਖਾਇਆ ਜਾਂਦਾ, ਸਾਨੂੰ ਉਹ ਰੱਟਾ ਸਿਖਾਉਣ, ਉਹ ਰੱਟਾ ਸਾਨੂੰ ਕਰਨ ਦੇ ਵਿੱਚ ਕਿ ਆਹੀ ਇਹ ਖੁਸ਼ੀ ਆ, ਜ਼ਿੰਦਗੀ ਖੁਸ਼ੀ ਆ। ਐਂਡ ਜਿਹੜਾ ਇੱਕ ਜ਼ਿੰਦਗੀ ਦਾ ਦੂਸਰਾ ਹਿੱਸਾ ਵਾ ਜਿੱਥੇ ਇੱਕ ਦੁੱਖ ਵੀ ਆ ਜ਼ਿੰਦਗੀ, ਉਹ ਚੀਜ਼ ਤੋਂ ਸਾਨੂੰ ਬੜਾ ਓਹਲਾ ਰੱਖਿਆ ਜਾਂਦਾ, ਉਸ ਬਾਰੇ ਸਾਨੂੰ ਦੱਸਿਆ ਹੀ ਨਹੀਂ ਜਾਂਦਾ, ਉਸ ਬਾਰੇ ਸਾਨੂੰ ਕੋਈ ਟ੍ਰੇਨਿੰਗ ਹੀ ਨਹੀਂ ਦਿੱਤੀ ਜਾਂਦੀ ਗੀ। ਇਹ ਜਿਹੜੀ ਇਮੋਸ਼ਨਲ ਰੈਗੂਲੇਸ਼ਨ ਦੀ ਸਾਨੂੰ ਕਿਤੋਂ ਟ੍ਰੇਨਿੰਗ ਨਹੀਂ ਮਿਲਦੀ। ਫੋਰ ਐਗਜ਼ਾਮਪਲ ਕਈ ਵਾਰ ਅਸੀਂ ਡਿਗਰੀਆਂ ਵੀ ਲੈ ਲੈਂਦੇ ਹਾਂ, ਅਸੀਂ ਡਿਗਰੀਜ਼ ਲੈ ਲੈਂਦੇ ਹਾਂ, ਅਸੀਂ ਬਹੁਤ ਵੱਡੇ ਆਪਦੀ ਕੰਮ ਦੂਸਰੇ ਪਾਸੇ ਆਪਦੀ ਜ਼ਿੰਦਗੀ 'ਚ ਬਹੁਤ ਕਾਮਯਾਬ ਵੀ ਹੋ ਸਕਦੇ ਹਾਂ, ਪਰ ਇੱਕ ਦੁੱਖ 'ਚੋਂ ਕਿਵੇਂ ਉੱਭਰਨਾ ਉਹ ਸਾਨੂੰ ਕੋਈ ਨਹੀਂ ਸਿਖਾਇਆ ਜਾਂਦਾ। ਬਿਕਾਜ਼ ਸਾਡਾ ਰੱਟਾ ਹਮੇਸ਼ਾ ਇੱਕ ਪੇਰੈਂਟ ਦਾ, ਐਂਡ ਆਊਟ ਆਫ ਗੁੱਡ ਇੰਟੈਂਸ਼ਨ ਇੱਕ ਹਰ ਪੇਰੈਂਟ ਇਵੇਂ ਕਰਦਾ ਕਿ ਇਹ ਬਹੁਤ ਚੰਗੀ ਤੁਸੀਂ ਖੁਸ਼ੀ ਰਹਿਣਾ, ਤੁਸੀਂ ਜ਼ਿੰਦਗੀ 'ਚ ਹਮੇਸ਼ਾ ਖੁਸ਼ ਹੀ ਰਹਿਣਾ। ਸਾਨੂੰ ਕੋਈ ਕਦੇ ਦੁਆ ਵੀ ਦਿੰਦਾ ਵਾ, ਸਾਨੂੰ ਇਹ ਕਹਿੰਦਾ ਤੂੰ ਹਮੇਸ਼ਾ ਹੀ ਖੁਸ਼ ਰਹਿਣਾ ਵਾ। ਸੋ ਇਸ ਕਰਕੇ ਇਸ ਦੁੱਖ ਨਾਲ ਕਿਵੇਂ ਨਜਿੱਠਣਾ, ਅਸੀਂ ਬਹੁਤ ਉਮਰ 'ਚ ਵੱਡੇ ਹੋ ਜਾਂਦੇ ਹਾਂ, ਸਾਨੂੰ ਦੁੱਖ ਨਾਲ ਨਜਿੱਠਣਾ ਨਹੀਂ ਆਉਂਦਾ, ਬਿਕਾਜ਼ ਉਹ ਸਾਡੀ ਹਿੱਸਾ ਹੀ ਨਹੀਂ ਹੁੰਦਾ ਟ੍ਰੇਨਿੰਗ ਦਾ। ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਦੁੱਖ ਵੀ ਜ਼ਿੰਦਗੀ 'ਚ ਆਊਗਾ ਐਂਡ ਉਹਦੇ ਨਾਲ ਵੀ ਸਾਨੂੰ ਨਜਿੱਠਣਾ ਪੈਣਾ। ਸੋ ਜਿਹੜੇ ਆਹ ਮੂਮੈਂਟਸ ਹੁੰਦੇ ਆ, ਜ਼ਰੂਰ ਸਾਡੇ ਬੱਚੇ ਸਕੂਲ ਜਾਂਦੇ ਆ, ਉਹਨੂੰ ਐਕੈਡੈਮਿਕ ਐਜੂਕੇਸ਼ਨ ਲੈਂਦੇ, ਮੈਥ ਬਾਰੇ ਸਿੱਖਦੇ, ਉਹ ਸਾਇੰਸ ਬਾਰੇ ਸਿੱਖਦੇ ਆ, ਉਹ ਹੋਰ ਵੀ ਆਰਟਸ ਜਿਹੜੇ ਸਬਜੈਕਟ ਲੈਂਦੇ ਉਹਨਾਂ ਬਾਰੇ ਸਿੱਖਦੇ ਆ। ਪਰ ਜਿਹੜੀ ਸਿਚੁਏਸ਼ਨ ਆ, ਇੱਕ ਇਮੋਸ਼ਨਲ ਰੈਗੂਲੇਸ਼ਨ, ਇੱਕ ਓਪਰਚੁਨਿਟੀ ਆ ਅੱਜ ਦੇ ਮਾਂ ਬਾਪ ਵਾਸਤੇ ਕਿ ਉਹ ਆਪਣੇ ਬੱਚੇ ਨੂੰ ਜ਼ਿੰਦਗੀ 'ਚ ਦੁੱਖ 'ਚੋਂ ਉੱਭਰਨਾ ਵੀ ਕਿਵੇਂ ਸਿਖਾ ਸਕਦਾ, ਜੇ ਅਸੀਂ ਇਹਨੂੰ ਇੱਕ ਓਪਰਚੁਨਿਟੀ ਮੰਨੀਏ। ਬਿਕਾਜ਼ ਦੁੱਖ ਜ਼ਿੰਦਗੀ ਦਾ ਹਿੱਸਾ ਵਾ। ਇਹ ਜ਼ਿੰਦਗੀ 'ਚ ਸਾਡੀ, ਚਾਹੇ ਤੁਹਾਡੇ ਕੋਲ ਕਿੱਡੀ ਵੀ ਵੱਡੀ ਜੌਬ ਹੋਵੇ, ਤੁਹਾਡੇ ਕੋਲ ਕਿੱਡਾ ਵੀ ਵੱਡੀ ਡਿਗਰੀ ਹੋਵੇ, ਤੁਹਾਡੇ ਕੋਲ ਕਿੱਡਾ ਵੀ ਵੱਡਾ ਤੁਹਾਡਾ ਵਧੀਆ ਪਾਰਟਨਰ ਹੋਵੇ, ਤੁਹਾਡੇ ਕੋਲ ਕਿੱਡਾ ਕੁ ਵੱਡਾ ਘਰ ਹੋਵੇ, ਕਿੱਡੀ ਕੁ ਵੱਡੀ ਵੀ ਕਾਰ ਹੋਵੇ, ਦੁੱਖ ਜ਼ਿੰਦਗੀ ਦਾ ਹਿੱਸਾ ਵਾ। ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਫਰ ਕਰਨਾ। ਜ਼ਿੰਦਗੀ ਦੇ ਵਿੱਚ ਅਣਚਾਹੀਆਂ ਜਿਹੜੀਆਂ ਚੀਜ਼ਾਂ ਵਾ, ਅਣਘੜਤ ਚੀਜ਼ਾਂ ਵਾ ਆਉਣਗੀਆਂ, ਇਹ ਜ਼ਿੰਦਗੀ ਦਾ ਹਿੱਸਾ। ਪਰ ਆਪਣੀ ਮਾਨਸਿਕ ਦੇ ਤੌਰ 'ਤੇ ਅਸੀਂ ਉਹਨਾਂ ਦਾ ਦੁੱਖ ਕਿੰਨਾ ਚਿਰ ਮਨਾਉਣਾ ਵਾ, ਇਹ ਅਸੀਂ ਕੰਟਰੋਲ ਕਰ ਸਕਦੇ ਹਾਂ। ਪਰ ਜੇ ਅਣਘੜਤੀਆਂ, ਅਨਪਲੈਨਡ ਜਿਹੜੀਆਂ ਚੀਜ਼ਾਂ ਸਾਡੀ ਜ਼ਿੰਦਗੀ 'ਚ ਆਉਂਦੀਆਂ, ਉਹਨਾਂ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਉਹਨਾਂ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਅਸੀਂ ਉਹਨਾਂ ਨੂੰ ਆਪਦੀ ਜ਼ਿੰਦਗੀ 'ਚੋਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਨਾ ਆਉਣ। ਕ੍ਰਾਈਸਿਸ ਹਰ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਵਾ, ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਵਾ, ਹਰ ਇਨਸਾਨ ਦੀ ਜ਼ਿੰਦਗੀ 'ਚ ਆਊਗਾ ਹੀ। ਤੁਸੀਂ ਕਿਸੇ ਨੂੰ ਵੀ ਆਲੇ ਦੁਆਲੇ ਕਿਸੇ ਨੂੰ ਦੇਖ ਲਿਓ ਕਿ ਜਿਨ੍ਹਾਂ ਦੀ ਜ਼ਿੰਦਗੀ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ 'ਚ ਕਦੇ ਦੁੱਖ ਨਹੀਂ ਆਇਆ, ਉਹਨਾਂ ਨੂੰ ਪੁੱਛ ਕੇ ਦੇਖਿਓ, ਸ਼ਾਇਦ ਤੁਹਾਨੂੰ ਉਸ ਦੁੱਖ ਦਾ ਪਤਾ ਨਾ ਹੋਵੇ, ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਪਦੀਆਂ ਜਿਹੜੀਆਂ ਸਟਰਗਲਸ, ਆਪਦਾ ਇੱਕ ਦੁੱਖ, ਆਪਦੇ ਕ੍ਰਾਈਸਿਸ ਆਏ ਹੋਣਗੇ। ਸੋ ਇਹ ਇੱਕ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੀ ਸੱਚਾਈ ਦੱਸੀਏ, ਉਹਨਾਂ ਨੂੰ ਸੱਚਾਈ ਤੋਂ ਦੂਰ ਨਾ ਰੱਖੀਏ। ਸੋ ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ 2 ਜਾਂ 3 ਸਾਲ ਦੇ ਬੱਚੇ ਨੂੰ ਇਹ ਚੀਜ਼ ਸਿਖਾਉਣੀ ਲੱਗ ਜਾਓ, ਪਰ ਇੱਕ ਓਪਰਚੁਨਿਟੀ ਹੈ। ਇਹੋ ਜਿਹੀਆਂ ਫੇਲੀਅਰ ਜਦੋਂ ਜ਼ਿੰਦਗੀ 'ਚ ਆਉਂਦੀਆਂ, ਛੋਟੇ ਛੋਟੇ ਕ੍ਰਾਈਸਿਸ ਆਉਂਦੇ, ਜਿਵੇਂ ਆਹ ਬਹੁਤ ਵੱਡਾ ਕ੍ਰਾਈਸਿਸ ਆ, ਪਰ ਛੋਟੇ ਹੋਰ ਵੀ ਆਉਂਦੇ, ਇਹ ਸਾਡੇ ਲਈ ਇੱਕ ਐਜੂਕੇਸ਼ਨ ਬਣ ਜਾਂਦਾ। ਇਹ ਸਾਡਾ ਸਕੂਲ ਆ ਕਿ ਅਸੀਂ ਇਹ ਤੋਂ ਕੀ ਸਿੱਖਿਆ, ਇਹਨੂੰ ਇੱਕ ਸਕੂਲ ਮੰਨੋ, ਇਹਨੂੰ ਇੱਕ ਅਸਾਈਨਮੈਂਟ ਮੰਨੋ। ਜਿਹੜਾ ਇਹ ਪ੍ਰੋਬਲਮ ਆ ਸਾਡੇ ਵਿੱਚ, ਜਿਹੜੀ ਕ੍ਰਾਈਸਿਸ ਆ, ਕਿ ਇਸ ਤੋਂ ਅਸੀਂ ਲੈ ਕੇ ਕੀ ਜਾਣਾ, ਇਹ ਤੋਂ ਅਸੀਂ ਸਿੱਖ ਕੇ ਕੀ ਜਾਣਾ। ਅਫਕੋਰਸ ਜਿਹੜਾ ਵੀ, ਫੋਰ ਐਗਜ਼ਾਮਪਲ ਆਪਾਂ ਸਕੂਲ ਦੇ ਵਿੱਚ ਵੀ ਟੈਸਟ ਦਿੰਦੇ, ਪਹਿਲਾਂ ਸਾਨੂੰ ਇੰਗਜ਼ਾਇਟੀ ਹੁੰਦੀ, ਡਰ ਹੁੰਦੀ, ਉਹ ਭਾਵਨਾਵਾਂ ਦਾ ਆਉਣਾ ਜ਼ਰੂਰੀ ਆ, ਨੈਚੁਰਲ ਆ। ਅਸੀਂ ਉਹਨਾਂ ਭਾਵਨਾਵਾਂ ਨੂੰ ਆਪਦੇ ਵਿੱਚ ਐਕਸੈਪਟ ਕਰਨਾ,
ਪਰ ਉਸ ਟੈਸਟ ਤੋਂ ਬਾਅਦ ਅਸੀਂ ਉਹ 'ਚੋਂ ਪਾਸ ਵੀ ਹੋ ਸਕੀਏ, ਵੀ ਉਹ ਤੋਂ ਕੀ ਸਿੱਖਿਆ ਗਾ। ਫੋਰ ਐਗਜ਼ਾਮਪਲ ਜੇ ਜਦੋਂ ਇਹ ਆਇਆ ਸੀ ਉਦੋਂ ਵੀ ਅਸੀਂ ਡਰ ਰਹੇ ਹਾਂ, ਐਂਕਸ਼ੀਅਸ ਹੋ ਰਹੇ ਹਾਂ, ਅਤੇ 4 ਮਹੀਨਿਆਂ ਬਾਅਦ ਵੀ ਸਾਡਾ ਇਹੀ ਹਾਲ ਹੈ, ਇਹਦਾ ਮਤਲਬ ਹਜੇ ਅਸੀਂ ਉਹ ਟੈਸਟ ਪਾਸ ਨਹੀਂ ਕੀਤਾ ਐਂਡ ਅਸੀਂ ਉਹ ਤੋਂ ਕੁਝ ਸਿੱਖ ਕੇ ਨਹੀਂ ਲੈ ਕੇ ਜਾ ਰਹੇ, ਕਿਉਂਕਿ ਹਜੇ ਸਾਡੀ ਭਾਵਨਾਵਾਂ ਦੇ ਤੌਰ 'ਤੇ ਅਸੀਂ ਸਟਕ ਹਾਂ। ਸੋ ਜਦੋਂ ਅਸੀਂ ਆਪਣੇ ਬੱਚਿਆਂ ਦੀ ਮਦਦ ਕਰਨੀ ਹੈ ਇਸ ਇੱਕ ਸਿਚੁਏਸ਼ਨ ਦੇ ਵਿੱਚ, ਤੁਸੀਂ ਇਹਨੂੰ ਓਪਰਚੁਨਿਟੀ ਗਿਣ ਸਕਦੇ ਹੋ। ਜ਼ਿੰਦਗੀ ਦੇ ਵਿੱਚ ਮੀਂਹ ਪਵੇ ਬਾਹਰ, ਉਹਦੇ 'ਤੇ ਸਾਡਾ ਕੋਈ ਕੰਟਰੋਲ ਨਹੀਂ ਐਜ਼ ਅ ਮਾਪੇ। ਮੀਂਹ ਪੈ ਸਕਦਾ, ਐਨੀ ਟਾਈਮ ਪੈ ਸਕਦਾ ਵਾ। ਸਾਡਾ ਬੱਚੇ ਦਾ ਜਿਹੜਾ ਮਾਨਸਿਕ ਦੁੱਖ ਆ ਉਹ ਮੀਂਹ ਤੋਂ ਨਹੀਂ ਹੈਗਾ ਕਿ ਮੀਂਹ ਪੈ ਰਿਹਾ ਵਾ। ਸਾਡਾ ਮਾਨਸਿਕ ਦੁੱਖ ਇਹ ਬਣਦਾ ਕਿ ਜਦੋਂ ਅਸੀਂ ਉਸ ਮੀਂਹ ਦੇ ਵਿੱਚ ਇਕੱਲੇ ਹੋਈਏ। ਅੱਜ ਉਹ ਟਰੋਮਾ ਵਾ। ਟਰੋਮਾ ਇਹ ਨਹੀਂ ਹੈਗਾ ਕਿ ਜ਼ਿੰਦਗੀ ਦੇ ਵਿੱਚ ਦੁੱਖ ਦਾ ਆ ਜਾਣਾ। ਟਰੋਮੇ ਦਾ ਮਤਲਬ ਇਹ ਆ, ਦੁੱਖ ਦਾ, ਮਾਨਸਿਕ ਦੁੱਖ ਦਾ ਮਤਲਬ ਇਹ ਹੈ ਕਿ ਤੁਸੀਂ ਉਹਨੂੰ ਆਪਦੇ 'ਤੇ ਕਿਵੇਂ ਹੰਢਾਇਆ, ਤੁਸੀਂ ਉਹਨੂੰ ਆਪਦੇ 'ਤੇ ਕਿਵੇਂ ਆਪਦੇ 'ਤੇ ਤੁਹਾਡੇ ਕਿਵੇਂ ਬੀਤਿਆ। ਸੋ ਜ਼ਿੰਦਗੀ ਦੇ ਵਿੱਚ ਜਿਵੇਂ ਤੁਸੀਂ ਆਪਣੇ ਬੱਚੇ ਨਾਲ ਗੱਲ ਕਰਦੇ ਹੋ, ਇੱਕ ਰੇਨ ਆ, ਉਹਨੂੰ ਮੇਬੀ ਇੱਕ ਇੱਕ ਮੈਟਾਫੋਰ ਯੂਜ਼ ਕਰ ਸਕਦੇ। ਜਦੋਂ ਕਈ ਵਾਰ ਮੈਂ ਬੱਚਿਆਂ ਨੂੰ ਕਾਉਂਸਲ ਕਰਦੀ ਹਾਂ ਐਂਡ ਮੈਂ ਇਹ ਮੈਟਾਫੋਰ ਯੂਜ਼ ਕਰਦੀ ਹਾਂ ਇੱਕ ਮੀਂਹ ਦਾ, ਰੇਨ ਦਾ। ਜ਼ਿੰਦਗੀ ਦੇ ਵਿੱਚ ਰੇਨ ਬਾਹਰ ਆ ਸਕਦੀ ਆ ਐਂਡ ਉਸ ਰੇਨ ਦੇ ਵਿੱਚ, ਉਸ ਮੀਂਹ ਦੇ ਵਿੱਚ ਸਾਡਾ ਬੱਚਾ ਇਕੱਲਾ ਹੋਵੇ, ਉਹ ਮਾਨਸਿਕ ਦੁੱਖ ਆ। ਮੀਂਹ ਦਾ ਆਉਣਾ ਦੁੱਖ ਨਹੀਂ ਹੈਗਾ ਗਾ। ਉਸ ਰੇਨ ਦੇ ਵਿੱਚ ਜਦੋਂ ਅਸੀਂ ਆਪਣੇ ਬੱਚੇ ਨੂੰ ਅੰਬਰੇਲਾ, ਛਤਰੀ ਲੱਭਣੀ ਸਿਖਾ ਦਿੰਦੇ ਹਾਂ, ਉਸ ਰੇਨ ਦੇ ਵਿੱਚ ਜਦੋਂ ਅਸੀਂ ਬੱਚੇ ਨੂੰ ਆਪਣੇ ਨੂੰ ਲੋਕਾਂ ਦੇ ਨਾਲ ਜੁੜਨਾ ਜਾਂ ਆਪ ਦੇ ਨਾਲ ਜੁੜਨਾ ਸਿਖਾ ਦਿੰਦੇ ਹਾਂ, ਉਹ ਇੱਕ ਰੇਨ ਇੱਕ ਦੁੱਖ ਨਹੀਂ ਬਣਦਾ ਉਹਦੇ ਲਈ, ਇੱਕ ਉਹਦੇ ਲਈ ਲਰਨਿੰਗ ਓਪਰਚੁਨਿਟੀ ਬਣ ਰਹੀ ਆ ਕਿ ਜਿੱਥੇ ਧੁੱਪ ਵਾਲੇ ਦਿਨਾਂ ਦੇ ਵਿੱਚ ਮੈਂ ਵਧੀਆ ਜ਼ਿੰਦਗੀ ਗੁਜ਼ਾਰ ਸਕਦਾ, ਉੱਥੇ ਮੈਨੂੰ ਇਹ ਵੀ ਸਿੱਖਣਾ ਪੈਣਾ ਕਿ ਮੈਂ ਮੀਂਹ ਵਾਲੇ, ਮੈਂ ਰੇਨ ਵਾਲੇ ਦਿਨਾਂ ਦੇ ਵਿੱਚ ਵੀ ਜ਼ਿੰਦਗੀ ਵਧੀਆ ਗੁਜ਼ਾਰ ਸਕਦਾ ਵਾਂ। ਥੈਂਕ ਯੂ ਐਵਰੀਵਨ, ਥੈਂਕ ਯੂ ਜੀ। ਜ਼ਰੂਰ ਤੁਸੀਂ ਆਪਣੇ ਜਿਹੜੇ ਕੁਐਸਚਨਸ ਆ ਕਮੈਂਟ ਦੇ ਵਿੱਚ ਸਾਨੂੰ ਕੁਐਸਚਨਸ ਪਾ ਸਕਦੇ ਹਨ। ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਕੁਐਸਚਨਸ ਦਾ ਆਨਸਰ ਦੇ ਸਕੀਏ। ਸੋ ਜਦੋਂ ਅਸੀਂ ਆਪਣੇ ਬੱਚੇ ਨੂੰ ਇੱਕ ਮੀਂਹ ਵਾਲਾ ਇੱਕ ਮੈਟਾਫਰ ਦਿੰਦੇ ਹਾਂ, ਮੀਂਹ ਵਾਲੀ ਇੱਕ ਐਗਜ਼ਾਮਪਲ ਦਿੰਦੇ ਹਾਂ ਕਿ ਮੀਂਹ ਤਾਂ ਅਸੀਂ ਵੀ ਨਹੀਂ ਰੋਕ ਸਕਦੇ। ਮੀਂਹ ਤਾਂ ਜ਼ਿੰਦਗੀ ਦਾ, ਕੋਈ ਵੱਡੀ ਜੌਬ ਵੀ ਲੈ ਲੇ ਤਾਂ ਮੀਂਹ ਨਹੀਂ ਰੋਕ ਸਕਦਾ ਗਾ। ਤੇਰੇ ਕੋਲ ਵੱਡਾ ਘਰ ਵੀ ਹੋਊਗਾ ਤਾਂ ਮੀਂਹ ਪਊਗਾ। ਤੇਰੇ ਕੋਲ ਇੱਕ ਵੱਡੀ ਕਾਰ ਵੀ ਹੋਊਗੀ ਤਾਂ ਮੀਂਹ ਪਊਗਾ। ਤੇਰੇ ਕੋਲ ਬਹੁਤ ਸਾਰਾ ਪੈਸਾ ਹੋਊਗਾ, ਮੀਂਹ ਤਾਂ ਵੀ ਪਊਗਾ। ਕਿਉਂਕਿ ਇਹ ਫਿਤਰਤ ਆ, ਇਹ ਕੁਦਰਤ ਦੀ ਫਿਤਰਤ ਆ, ਇੱਕ ਨੈਚੁਰਲ ਸਾਈਕਲ ਆ ਜ਼ਿੰਦਗੀ ਦਾ ਕਿ ਜਿਹੜਾ ਦੁੱਖ ਆ ਉਹ ਜ਼ਿੰਦਗੀ ਦਾ ਹਿੱਸਾ, ਅਣਚਾਹੀਆਂ ਅਣਘੜਤ ਚੀਜ਼ਾਂ ਨੇ ਆਉਣਾ। ਪਰ ਅਸੀਂ ਉਹਨਾਂ ਪ੍ਰਤੀ ਐਟੀਟਿਊਡ ਕੀ ਰੱਖਣਾ? ਜੀ ਹਾਂ, ਅਸੀਂ ਸ਼ੁਰੂ ਦੇ ਵਿੱਚ ਡਰ ਸਕਦੇ ਹਾਂ, ਉਹਦੇ ਵਿੱਚ ਡਰ ਦੇ ਵਿੱਚ ਜਾ ਸਕਦੇ ਹਾਂ, ਐਂਗਜ਼ਾਇਟੀ ਦੇ ਵਿੱਚ ਜਾ ਸਕਦੇ ਹਾਂ, ਸ਼ੇਮ, ਉਹ ਸਾਰੀਆਂ ਭਾਵਨਾਵਾਂ, ਡਿਸਅਪੋਇੰਟਮੈਂਟ ਦੇ ਵਿੱਚ ਜਾ ਸਕਦੇ ਹਾਂ। ਇਹ ਚੀਜ਼ਾਂ ਦਾ ਹੋਣਾ ਸਾਡੇ ਵਿੱਚ ਨੋਰਮਲ ਆ, ਇਹ ਭਾਵਨਾਵਾਂ ਦਾ ਹੋਣਾ ਸਾਡੇ ਵਿੱਚ ਨੋਰਮਲ ਆ। ਪਰ ਇਹ ਭਾਵਨਾਵਾਂ ਸੰਕੇਤ ਹੁੰਦੀਆਂ। ਜਦੋਂ ਅਸੀਂ ਇਹਨਾਂ ਨੂੰ, ਭਾਵਨਾਵਾਂ ਨੂੰ ਵਰਤ ਕੇ, ਇਸ ਐਕਸਪੀਰੀਅੰਸ ਨੂੰ ਵਰਤ ਕੇ ਤੋਂ ਉੱਭਰ ਵੀ ਸਕਦੇ ਹਾਂ। ਸੋ ਜਿਵੇਂ ਤੁਸੀਂ ਆਪਣੇ ਬੱਚੇ ਨੂੰ ਇੱਕ ਰੇਨ ਦੀ ਐਗਜ਼ਾਮਪਲ ਦੋਗੇ ਐਂਡ ਉਮਰ ਦੇ ਹਿਸਾਬ ਦੇ ਨਾਲ, ਫੋਰ ਐਗਜ਼ਾਮਪਲ ਜੇ ਤੁਸੀਂ 30 ਸਾਲ ਦੇ ਬੱਚੇ ਕੋਲ ਅੰਬਰੇਲਾ ਵਾ, ਸ਼ਾਇਦ ਉਹਦੇ ਨਾਲ ਤੁਹਾਨੂੰ ਰੇਨ ਦੇ ਵਿੱਚ ਜਾਣ ਦੀ ਲੋੜ ਵੀ ਨਾ ਪਵੇ। ਉਹ ਮੀਂਹ ਦੇ ਵਿੱਚ ਇਕੱਲਾ ਵੀ ਜਾ ਵੜੇ, ਉਹ ਤੁਹਾਨੂੰ ਕਹਿ ਦੇਵੇ ਕਿ ਆਪਦੇ ਮਾਂ ਬਾਪ ਨੂੰ ਕਹਿ ਵੀ ਸਕਦਾ ਕਿ ਤੁਸੀਂ ਘਰੇ ਰਹਿ ਸਕਦੇ ਹੋ, ਮੈਂ ਕੋਈ ਕੰਮ ਕਰਨ ਜਾਣਾ, ਮੈਂ 30 ਸਾਲ ਦਾ ਮੈਂ ਇਕੱਲਾ। 2 ਸਾਲ ਦੇ ਬੱਚਾ ਇਕੱਲਾ ਨਹੀਂ ਜਾ ਸਕਦਾ ਗਾ। 2 ਸਾਲ ਦੇ ਬੱਚੇ ਨੂੰ ਤੁਹਾਨੂੰ ਕੰਪਨੀ ਕਰਨਾ ਪੈਣਾ। ਇਹੀ ਚੀਜ਼ ਦੁੱਖ ਦੀ ਹੁੰਦੀ ਹੈ ਕਿ ਤੁਹਾਡਾ ਬੱਚਾ ਦੁੱਖ ਦੇ ਵਿੱਚ ਇੱਕ ਕਨੈਕਸ਼ਨ, ਇੱਕ ਇਕੱਲਾ ਮਹਿਸੂਸ ਨਾ ਕਰੇ। ਦੁੱਖ ਸਾਨੂੰ ਕਦੇ ਖਰਾਬ ਨਹੀਂ ਕਰਦਾ ਗਾ। ਦੁੱਖ ਹੀ ਇੱਕ ਵੱਡਾ, ਇੰਨਾ ਦੁੱਖ ਨਹੀਂ ਹੈਗਾ। ਦੁੱਖ ਦੇ ਵਿੱਚ ਇਕੱਲੇ ਰਹਿਣਾ ਬਹੁਤ ਵੱਡਾ ਦੁੱਖ ਆ। ਇਹ ਟਰੋਮਾ ਵਾ ਸਾਡੇ ਦਿਮਾਗ ਵਾਸਤੇ। ਐਂਡ ਦੁੱਖ ਵਿੱਚ ਇਕੱਲੇ ਅਸੀਂ ਤਾਂ ਹੀ ਨਹੀਂ ਰਹਿਣਾ ਚਾਹੁੰਦੇ ਗੇ। ਸੋ ਇਹ ਬੜਾ ਜ਼ਰੂਰੀ ਹੈ ਕਿ ਸਾਡਾ ਬੱਚਾ ਦੁੱਖ ਦੇ ਵਿੱਚ ਇਕੱਲਾ ਮਹਿਸੂਸ ਨਾ ਕਰੇ, ਨਾ ਭਾਵਨਾਵਾਂ ਦੇ ਵਿੱਚ ਇਕੱਲਾ ਮਹਿਸੂਸ ਨਾ ਕਰੇ। ਐਂਡ ਉਸ ਤੋਂ ਪਹਿਲਾਂ ਸਾਨੂੰ ਆਪਣੇ ਆਪ 'ਚ ਵੀ ਇਹ ਪੁੱਛਣਾ ਪੈਣਾ ਕਿ ਮੈਨੂੰ ਇਸ ਚੀਜ਼ ਨੇ ਕੀ ਸਿਖਾਇਆ, ਕਿ ਮੈਨੂੰ ਇਸ ਚੀਜ਼ ਨੇ, ਫੋਰ ਐਗਜ਼ਾਮਪਲ ਜੇ ਇੱਕ ਮਾਂ ਬਾਪ ਡਰਿਆ ਹੋਇਆ ਵਾ, ਜੇ ਇੱਕ ਮਾਂ ਬਾਪ ਐਂਕਸ਼ੀਅਸ ਆ ਐਂਡ ਉਸ ਮਾਂ ਬਾਪ ਹਜੇ ਉਸ ਡਰ ਦੇ ਵਿੱਚੋਂ, ਐਂਕਸ਼ੀਅਸ ਦੇ ਵਿੱਚੋਂ ਬਾਹਰ ਨਹੀਂ ਆ ਰਿਹਾ, ਤੁਹਾਡਾ ਬੱਚਾ ਤੁਹਾਡੇ ਕੋਲ ਡਰ ਆ ਰਿਹਾ, ਤੁਹਾਨੂੰ ਲੱਗਦਾ ਕਿ ਮੀਂਹ ਦੇ ਵਿੱਚ ਹੁਣ ਉਹਦਾ ਕੋਈ ਸਾਥ ਦੇ ਰਿਹਾ? ਨਹੀਂ ਸਾਥ ਦੇ ਰਿਹਾ। ਨੋਰਮਲੀ ਕਈ ਵਾਰ, ਇੱਕ ਮੈਨੂੰ ਯਾਦ ਆ ਪਰਟੀਕੂਲਰ ਐਗਜ਼ਾਮਪਲ, ਇੱਕ ਮਦਰ ਮੇਰੇ ਕੋਲ ਆਈ ਅਤੇ ਉਹ ਕਹਿੰਦੀ ਮੇਰੇ ਬੱਚੇ ਨੂੰ ਨਾ ਕਿਸੇ ਨੇ ਕਿਹਾ, ਬੁਲੀ ਕੀਤਾ, ਮੇਰੇ ਬੱਚੇ ਨੂੰ ਬਹੁਤ ਵੱਧ ਘੱਟ ਸ਼ਬਦ ਬੋਲੇ ਆ। ਅਤੇ ਮੇਰਾ ਬੱਚਾ ਆ ਕੇ ਮੈਨੂੰ ਕਹਿੰਦਾ ਕਿ ਮੰਮੀ ਮੈਨੂੰ ਸਕੂਲ ਦੇ ਵਿੱਚ ਲੋਕਾਂ ਨੇ ਇੱਦਾਂ ਬੋਲਿਆ। ਅਤੇ ਕਹਿੰਦੇ ਵੀ ਮੈਨੂੰ ਵੀ ਮੈਂ ਕੀ ਕਰਾਂ, ਮੈਂ ਕੀ। ਐਂਡ ਇਸ ਕੁਐਸਚਨ ਦੇ ਵਿੱਚ ਮੈਂ ਉਹਨਾਂ ਨੂੰ, ਮਦਰ ਨੂੰ ਪੁੱਛਿਆ ਕਿ ਜਦੋਂ ਤੁਹਾਨੂੰ ਕੋਈ ਕੁਛ ਕਹਿੰਦਾ ਵਾ ਤੁਸੀਂ ਕੀ ਕਰਦੇ ਹੋ? ਅਤੇ ਉਹ ਕਹਿੰਦੇ ਕਿ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਮੈਂ ਕੀ ਕਰਦੀ ਹਾਂ। ਸੋ ਇਹ ਬੜਾ ਜ਼ਰੂਰੀ ਹੈ ਕਿ ਪਹਿਲਾਂ ਤਾਂ ਸਾਨੂੰ ਆਪਣੇ ਦੁੱਖ ਦਾ ਇਲਮ ਹੋਵੇ ਕਿ ਅੰਦਰ ਇਹ ਭਾਵਨਾਵਾਂ ਦੇ ਵਿੱਚ ਮੈਂ ਆਪ ਵੀ ਬਹਿਣਾ, ਕਿਉਂਕਿ ਜਿੰਨਾ ਚਿਰ ਅਸੀਂ ਦੁੱਖ ਤੋਂ ਭੱਜਾਂਗੇ ਨਾ,
ਜਿੰਨਾ ਚਿਰ ਅਸੀਂ ਦੁੱਖ ਤੋਂ ਭੱਜਣਾ ਸਿੱਖਿਆ ਵਾ ਜਾਂ ਅਸੀਂ ਭੱਜਦੇ ਹਾਂ, ਸਾਡਾ ਬੱਚਾ ਆਪਦੇ ਦੁੱਖ ਤੋਂ ਉੱਭਰ ਸਕੇ ਇਹ ਉਮੀਦ ਨਹੀਂ ਅਸੀਂ ਰੱਖ ਸਕਦੇ। ਸਾਨੂੰ ਪਹਿਲਾਂ ਐਜ਼ ਅ ਮਾਡਲ ਬਣਨਾ ਪੈਣਾ ਉਹਦੇ ਲਈ ਕਿ ਅਸੀਂ ਇੱਕ ਦੁੱਖ ਨੂੰ ਕਿਵੇਂ, ਕਿਸ ਨਜ਼ਰ ਨਾਲ ਦੇਖਦੇ ਹਾਂ, ਕਿਸ ਕਹਾਣੀ ਨਾਲ ਅਸੀਂ ਦੇਖਦੇ ਹਾਂ। ਇੱਕ ਮੀਂਹ ਜਦੋਂ ਪੈਂਦਾ ਵਾ, ਠੀਕ ਹੈ, ਜਦੋਂ ਤੁਹਾਡੇ ਪਲਾਨਸ ਬਣੇ ਹੁੰਦੇ ਹਨ, ਜਦੋਂ ਮੀਂਹ ਪੈਣ ਲੱਗ ਜਾਂਦਾ ਤੁਹਾਨੂੰ ਗੁੱਸਾ ਆਉਂਦਾ, ਤੁਹਾਨੂੰ ਫਰਸਟ੍ਰੇਸ਼ਨ ਆਉਂਦੀ, ਤੁਹਾਨੂੰ ਡਿਸਅਪੁਆਇੰਟਮੈਂਟ ਆਉਂਦੀ ਹੈ, ਤੁਹਾਡੇ ਪਲਾਨ ਦੇ ਵਿੱਚ ਵਿਘਨ ਪਿਆ ਹੁੰਦਾ, ਤੁਹਾਡੀ ਜਿਹੜੀ ਕਹਾਣੀ ਆ ਦਿਮਾਗ ਦੀ ਉਹ ਟੁੱਟੀ ਹੁੰਦੀ ਆ। ਇਹ ਸੁਭਾਵਿਕ ਜੀ ਗੱਲ ਆ। ਪਰ ਹੁਣ ਮੀਂਹ ਪੈਂਦੇ ਨੂੰ 10 ਘੰਟੇ ਹੋ ਗਏ ਹਨ, ਤੁਸੀਂ ਹਜੇ ਵੀ ਰੋਈ ਜਾ ਰਹੇ ਹੋ, ਹਜੇ ਵੀ ਤੁਹਾਨੂੰ ਪਤਾ ਨਹੀਂ, ਜਾਂ ਤੁਸੀਂ ਖਾਣਾ ਖਾ ਰਹੇ ਹੋ ਮੀਂਹ ਦੇ ਦਿਮਾਗ ਦੇ ਵਿੱਚੋਂ ਕੱਢਣ ਵਾਸਤੇ, ਬਜਾਏ ਇਹ ਕਿ ਅਸੀਂ ਇਸ ਮੀਂਹ ਨੂੰ, ਇਸ ਜਿਹੜੀ ਚੀਜ਼ ਸਾਡੇ ਨਾਲ ਹੋ ਰਹੀ ਆ, ਅਸੀਂ ਫਿਰ ਵੀ ਜ਼ਿੰਦਗੀ ਕਿੰਨੀ ਖੂਬਸੂਰਤ ਰੱਖ ਸਕਦੇ। ਮੀਂਹ ਦੇ ਵਿੱਚ ਕਿਹੜਾ ਲੋਕੀ ਖੁਸ਼ ਨਹੀਂ ਰਹਿ ਸਕਦੇ ਗੇ, ਮੀਂਹ ਦੇ ਵਿੱਚ ਵੀ ਲੋਕੀ ਖੁਸ਼ ਰਹਿ ਸਕਦੇ, ਰੇਨ ਦੇ ਵਿੱਚ ਵੀ ਲੋਕੀ ਖੁਸ਼ ਰਹਿ ਸਕਦੇ ਆ। ਜ਼ਰੂਰੀ ਨਹੀਂ ਸਨੀ ਡੇ ਦੇ ਵਿੱਚ ਹੀ ਅਸੀਂ ਖੁਸ਼ ਰਹੀਏ। ਸੋ ਜਦੋਂ ਤੁਸੀਂ ਆਪਦੇ ਬੱਚੇ ਲਈ ਇਹ ਮੈਟਾਫੋਰ ਯੂਜ਼ ਕਰਨ ਲੱਗ ਜਾਓਗੇ ਨਾ, ਉਹਨੂੰ ਜ਼ਿੰਦਗੀ ਦੀ ਦੂਸਰੀ ਸੱਚਾਈ ਦਾ ਵੀ ਪਤਾ ਲੱਗੂ, ਵਿੱਚ ਜ਼ਿੰਦਗੀ ਦਾ ਇੱਕ ਸੱਚ ਇਹ ਵੀ ਹੈ ਕਿ ਦੁੱਖ ਆ, ਜ਼ਿੰਦਗੀ ਦਾ ਇੱਕ ਸੱਚ ਇਹ ਵੀ ਹੈ ਕਿ ਸਾਡੇ ਕੋਲ ਅਣਘੜਤ ਚੀਜ਼ਾਂ ਆਉਣਗੀਆਂ, ਚਾਹੇ ਉਹ ਤੇਰੀ ਇਹ ਬੜਾ ਰੱਟਾ ਆਪਾਂ ਆਪਦੀ ਲਾਈਫ ਦੇ ਵਿੱਚ ਆਪਣੇ ਬੱਚਿਆਂ ਲਈ ਕਰਦੇ ਹਾਂ ਕਿ ਵਿਆਹ ਖੁਸ਼ੀਆਂ ਦਾ ਪਲੰਗ ਆ, ਬਸ ਖੁਸ਼ੀਆਂ ਖੁਸ਼ੀਆਂ ਵਾ, ਬੱਚੇ ਹੋ ਜਾਣ ਉਹ ਵੀ ਖੁਸ਼ੀਆਂ ਖੁਸ਼ੀਆਂ, ਵੱਡਾ ਘਰ ਉਹ ਵੀ ਖੁਸ਼ੀਆਂ ਖੁਸ਼ੀਆਂ। ਪਰ ਜਦੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਪੈਂਦੇ, ਤੁਹਾਨੂੰ ਪਤਾ ਲੱਗਦਾ ਕਿ ਇਹ ਤਾਂ ਬੜੀਆਂ ਔਖੀਆਂ, ਮੇਰੇ ਮਾਂ-ਬਾਪ ਨੇ ਤਾਂ ਮੈਨੂੰ ਗਲਤ ਇਨਫੋਰਮੇਸ਼ਨ ਦਿੱਤੀ ਕਿ ਵਿਆਹ ਤਾਂ ਬੜਾ ਔਖਾ ਵਾ, ਬੱਚੇ ਪਾਲਣੇ ਤਾਂ ਬੜੀ ਔਖੀ ਚੀਜ਼ ਆ, ਕਿਉਂਕਿ ਇਹਨਾਂ ਚੀਜ਼ਾਂ ਦੀ ਸਾਨੂੰ ਟ੍ਰੇਨਿੰਗ ਨਹੀਂ ਸੀ ਦਿੱਤੀ ਗਈ। ਸੋ ਇਹ ਇੱਕ ਬੜਾ ਜ਼ਰੂਰੀ ਹੈ ਕਿ ਜਿਹੜਾ ਇੱਕ ਕ੍ਰਾਈਸਿਸ ਆ ਆਹ ਵਾ, ਅਸੀਂ ਇਹਨੂੰ ਪੜ੍ਹਾਈ ਮੰਨੀਏ, ਅਸੀਂ ਇਹਨੂੰ ਐਜੂਕੇਸ਼ਨ ਮੰਨੀਏ ਕਿ ਇਹ ਸਾਡੇ ਲਈ ਇੱਕ ਟੈਸਟ ਆ, ਇੱਕ ਐਜੂਕੇਸ਼ਨ ਆ। ਇਹਦੇ ਵਿੱਚੋਂ ਅਸੀਂ ਕੀ ਉੱਪਰ ਇਹ ਸਿੱਖ ਕੀ ਸਕਦੇ ਹਾਂ। ਫੇਲੀਅਰ ਦੇ ਵਿੱਚ ਇੱਕ ਜਿਹੜੀ ਕੋਈ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਫੇਲੀਅਰ ਆਉਂਦੀ ਆ, ਉਹਦਾ ਐਟੀਟਿਊਡ, ਉਹਦੇ ਵਿੱਚੋਂ ਤੁਸੀਂ ਉੱਭਰਦੇ ਕਿਵੇਂ ਆ, ਨਿਕਲਦੇ ਕਿਵੇਂ ਆ ਤੁਸੀਂ। ਫੋਰ ਐਗਜ਼ਾਮਪਲ, ਜਦੋਂ ਤੁਹਾਡਾ ਬੱਚਾ ਐਂਕਸ਼ੀਅਸ ਆ, ਜਦੋਂ ਤੁਹਾਡਾ ਬੱਚਾ ਡਰ ਦੇ ਵਿੱਚ ਆ, ਉਹਦੇ ਨਾਲ ਤੁਹਾਨੂੰ ਕੀ ਹੁੰਦਾ ਵਾ, ਕਿਉਂਕਿ ਅਸੀਂ ਭਾਵਨਾਵਾਂ ਮਿਟਾਉਣੀਆਂ ਚਾਹੁੰਦੇ ਹਾਂ ਆਪਦੇ ਬੱਚੇ ਦੀਆਂ। ਜਦੋਂ ਅਸੀਂ ਰੋਂਦਾ ਵਾ ਬੱਚਾ, ਉਹਨੂੰ ਅਸੀਂ ਛੇਤੀ ਛੇਤੀ ਕਹਿੰਦੇ ਤੂੰ ਚੁੱਪ ਕਰ। ਜਦੋਂ ਬੱਚੇ 'ਚ ਇੱਕ ਡਿਸਅਪੁਆਇੰਟਮੈਂਟ ਆ, ਫਰਸਟ੍ਰੇਸ਼ਨ, ਅਸੀਂ ਚਾਹੁੰਦੇ, ਫੋਰ ਐਗਜ਼ਾਮਪਲ ਇੱਕ ਮੈਂ ਐਕਸਪੀਰੀਅੰਸ ਕੀਤਾ, ਮੈਂ ਇੱਕ ਪੇਰੈਂਟ ਸੀਗਾ ਅਤੇ ਉਹਨਾਂ ਦਾ ਬੱਚਾ ਬਾਹਰ ਖੇਡ ਰਿਹਾ ਸੀਗਾ ਅਤੇ ਉਹਦੇ ਕੋਲ ਉਹ ਜਿਹਾ ਸਾਈਕਲ ਨਹੀਂ ਸੀ ਜਿਹੜਾ ਨੇਬਰ ਦੇ ਬੱਚੇ ਕੋਲ ਹੀ ਸੀਗਾ। ਅਤੇ ਉਹ ਆਇਆ ਅਤੇ ਉਹ ਆਪਦੇ ਫਾਦਰ ਨੂੰ ਕਿਹਾ ਉਹਨੇ ਕਿ ਮੈਨੂੰ ਤਾਂ ਉੱਦਾਂ ਦਾ ਸਾਈਕਲ ਚਾਹੀਦਾ ਜਿਹੜਾ ਉਸ ਦੂਸਰੇ ਬੱਚੇ ਕੋਲ ਹੈ। ਉਹਨਾਂ ਨੇ ਫਾਦਰ ਕਹਿੰਦਾ ਤੂੰ ਟੈਨਸ਼ਨ ਨਾ ਲੈ, ਮੈਂ ਕੱਲ੍ਹ ਨੂੰ ਹੀ ਤੈਨੂੰ ਸਾਈਕਲ ਲਿਆ ਕੇ ਦੇਵਾਂਗਾ, ਰਾਈਟ। ਜੀ ਹਾਂ, ਸਾਈਕਲ ਆਪਾਂ ਉਹ ਚੀਜ਼ਾਂ ਲਿਆ ਸਕਦੇ, ਕੋਈ ਪ੍ਰੋਬਲਮ ਨਹੀਂ। ਪਰ ਇੱਕ ਮੋਮੈਂਟ ਸੀ ਇੱਕ ਬੱਚੇ ਦੀ ਭਾਵਨਾ ਦੇ, ਕਿਉਂਕਿ ਜੇ ਇੱਕ ਬੱਚਾ ਫਰਸਟ੍ਰੇਸ਼ਨ ਅਤੇ ਡਿਸਅਪੁਆਇੰਟਮੈਂਟ ਮਹਿਸੂਸ ਕਰਦਾ ਅਤੇ ਉਹ ਬਾਪ ਵਿੱਚ ਆ ਜਾਣੀ ਸੀ, ਬਾਪ ਨੇ ਮਹਿਸੂਸ ਨਹੀਂ ਸੀ ਕਰਨਾ ਚਾਹੁੰਦਾ। ਸੋ ਉਹਨੇ ਇਹ ਦੁੱਖ ਮੇਟਣ ਵਾਸਤੇ ਉਹ ਕਹਿੰਦਾ ਤੂੰ ਟੈਨਸ਼ਨ ਨਾ ਲੈ, ਮੈਂ ਤੈਨੂੰ ਸਾਈਕਲ ਹੋਰ ਲਿਆ ਦੂੰਗੀ। ਪਰ ਜੇ ਇਹ ਬੱਚੇ ਦੀ ਇੱਕ ਲੈਸਨ ਬਣ ਜੇ, ਇੱਕ ਓਪਰਚੁਨਿਟੀ ਬਣ ਜੇ ਕਿ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਦੂਸਰੇ ਬੱਚਿਆਂ ਕੋਲ ਹੋਣਗੀਆਂ ਜਿਹੜੀਆਂ ਤੇਰੇ ਕੋਲ ਨਹੀਂ ਹੋਣੀਆਂ, ਐਂਡ ਮੈਂ ਸਮਝ ਸਕਦਾ, ਐਂਡ ਇਹ ਫਰਸਟ੍ਰੇਸ਼ਨ ਬੱਚੇ ਦੀ ਦੇਖਣੀ, ਦੈਟਸ ਓਕੇ। ਕਈ ਵਾਰ ਤੁਹਾਨੂੰ ਉਹਨਾਂ ਦੀਆਂ ਭਾਵਨਾਵਾਂ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ ਗਾ। ਜਿੰਨਾ ਚਿਰ ਕਿਸੇ ਨੇ ਫਰਸਟ੍ਰੇਸ਼ਨ ਮਹਿਸੂਸ ਕਰਨਾ, ਡਿਸਅਪੁਆਇੰਟਮੈਂਟ ਮਹਿਸੂਸ ਕਰਨੀ, ਉਹਨੇ ਉਹਨਾਂ ਚਿਰ ਕਰਨੀ ਹੋਈਆਂ। ਪਰ ਤੁਹਾਡਾ ਉਸ ਚੀਜ਼ ਨੂੰ ਪੁਸ਼ ਡਾਊਨ ਕਰਨਾ ਕਿ ਇਹ ਚੁੱਪ ਹੋ ਜਾਵੇ, ਇਹ ਮਹਿਸੂਸ ਨਾ ਕਰੇ, ਉਹ ਚੀਜ਼ ਦੀ ਜ਼ਿੰਦਗੀ, ਸਾਡੇ ਬੱਚਿਆਂ ਦੀ ਜ਼ਿੰਦਗੀ 'ਚ ਜ਼ਿਆਦਾ ਨੈਗੇਟਿਵਲੀ ਇੰਪੈਕਟ ਕਰਦਾ। ਸੋ ਤੁਹਾਡਾ ਬੱਚਾ ਫਰਸਟ੍ਰੇਟਡ ਆ, ਡਿਸਅਪੁਆਇੰਟਮੈਂਟ ਆ, ਤੁਸੀਂ ਉਹਦੇ ਵਿੱਚ ਬਹਿ ਸਕਦੇ ਹੋ, ਤੁਸੀਂ ਸ਼ਾਂਤੀ ਨਾਲ ਉਸ ਵਿੱਚ ਬਹਿ ਸਕਦੇ ਹੋ ਕਿ ਇੱਕ ਇਹਦੀ ਕਿਰਿਆ ਵਾ, ਇਹਨੇ ਜ਼ਿੰਦਗੀ ਦਾ ਇੱਕ ਇਹ ਲੈਸਨ ਸਿੱਖਣਾ ਕਿ ਲੋਕਾਂ ਕੋਲ ਚੀਜ਼ਾਂ ਹੋਣਗੀਆਂ ਜਿਹੜੀਆਂ ਇਹਦੇ ਕੋਲ ਨਹੀਂ ਹੈਗੀਆਂ ਗੀਆਂ। ਉਹਦੇ ਵਿੱਚ ਇਹਨੇ ਡਿਸਅਪੁਆਇੰਟਮੈਂਟ ਜਿਹੜੀ ਇਹਨੂੰ ਦੁੱਖ ਅੰਦਰੋਂ ਆ ਰਿਹਾ ਵਾ, ਉਹਦੇ ਵਿੱਚ ਇਹਨੇ ਐਡਜਸਟ ਕਰਨਾ ਸਿੱਖਣਾ, ਐਂਡ ਮੈਂ ਇਹਨੂੰ ਦੇਖਣਾ ਵਾ ਐਡਜਸਟ ਕਰਨਾ, ਕਿਉਂਕਿ ਮੈਂ ਇਹਦਾ ਜ਼ਿੰਦਗੀ ਦਾ, ਮੈਂ ਇੱਕ ਜ਼ਿੰਦਗੀ ਦਾ ਇਹਦਾ ਹਿੱਸਾ, ਇਹ ਸਿੱਖ ਮੈਂ ਤਾਂ ਖੋ ਤਾਂ ਨਹੀਂ ਨਾ ਸਕਦਾ। ਕਿਉਂਕਿ ਜਦੋਂ ਅਸੀਂ ਸਿੱਖਦੇ ਹਾਂ ਨਾ, ਅਸੀਂ ਔਖੇ ਹੁੰਦੇ ਹਾਂ। ਸਿੱਖਣਾ ਸਾਨੂੰ ਕਿਸੇ ਨੂੰ ਇਹ ਸੌਖੀ ਪ੍ਰੋਸੈਸ ਨਹੀਂ ਗੀ। ਜਦੋਂ ਫੋਰ ਐਗਜ਼ਾਮਪਲ ਅਸੀਂ ਪੜ੍ਹਦੇ ਹਾਂ ਜਾਂ ਕੋਈ ਵੀ ਚੀਜ਼ ਸਿੱਖਦੇ ਹਾਂ, ਇਹ ਔਖੀ ਚੀਜ਼ ਆ। ਪਰ ਕੀ ਅਸੀਂ ਦੂਸਰੇ ਆਪਣੇ ਬੱਚੇ ਨੂੰ ਚੀਜ਼ ਸਿੱਖਦੇ ਹੋਏ ਟੋਲਰੇਟ ਕਰ ਸਕਦੇ ਹਾਂ? ਬਿਕਾਜ਼ ਜਦੋਂ ਸਾਡਾ ਬੱਚਾ ਡਿਸਅਪੁਆਇੰਟਮੈਂਟ ਦੇ ਵਿੱਚ ਸਿੱਖੂਗਾ, ਫਰਸਟ੍ਰੇਸ਼ਨ ਦੇ ਵਿੱਚ ਸਿੱਖੂਗਾ, ਸਾਡਾ ਪਹਿਲਾ ਰਿਸਪੌਂਡ ਕੀ ਆ ਕਿ ਦਬ ਇਸ ਡਿਸਅਪੁਆਇੰਟਮੈਂਟ, ਇਸ ਫਰਸਟ੍ਰੇਸ਼ਨ ਨੂੰ ਖਤਮ ਕਰੋ, ਇਹ ਹੋਣੀ ਨਹੀਂ ਚਾਹੀਦੀ ਤਾਂ ਜੋ ਮੇਰਾ ਬੱਚਾ ਸਫਰ ਨਾ ਕਰੋ। ਪਰ ਜਿਹੜੀਆਂ ਚੀਜ਼ਾਂ ਤੁਸੀਂ ਫਰਸਟ੍ਰੇਸ਼ਨ ਆ, ਜਿਹੜੀਆਂ ਡਿਸਅਪੁਆਇੰਟਮੈਂਟ ਆ, ਇਹ ਜ਼ਿੰਦਗੀ, ਇਹ ਲਰਨਿੰਗ ਦਾ ਹਿੱਸਾ ਹੈ। ਇਹ ਇੱਕ ਲਰਨਿੰਗ ਦਾ ਹਿੱਸਾ ਨੇ, ਇੱਕ ਐਜੂਕੇਸ਼ਨ ਦਾ ਹਿੱਸਾ ਨੇ। ਜਦੋਂ ਅਸੀਂ ਸਕੂਲ ਵੀ ਪੜ੍ਹਨ ਜਾਂਦੇ ਹਾਂ, ਸਾਨੂੰ ਇਹੋ ਜਿਹੀਆਂ ਭਾਵਨਾਵਾਂ ਸਾਡੇ ਵਿੱਚ ਆਉਣਗੀਆਂ। ਸਾਨੂੰ ਇਹੋ ਜਿਹੇ ਜਿਹੜੇ ਕਈ ਵਾਰ ਮੈਥ ਦੇ ਵਿੱਚ ਕੁਐਸਚਨਸ ਹੁੰਦੇ, ਅਸੀਂ ਦੇਖਿਆ ਵਾ, ਕਿਸੇ ਵੀ ਸਬਜੈਕਟ ਦੇ ਵਿੱਚ ਸਾਨੂੰ ਇਹ ਭਾਵਨਾਵਾਂ ਆਉਂਦੀਆਂ ਵਾ, ਫਰਸਟ੍ਰੇਸ਼ਨਸ ਆਉਂਦੀਆਂ ਵਾ, ਐਂਡ ਇਹ ਸਾਨੂੰ ਜ਼ਿੰਦਗੀ ਲਈ ਕਾਬਿਲ ਵੀ ਬਣਾਉਂਦੀਆਂ ਵਾ। ਜ਼ਰੂਰ ਇਹ ਭਾਵਨਾਵਾਂ ਆਉਂਦੀਆਂ। ਸੋ
ਥੈਂਕ ਯੂ एवरीवन, ਥੈਂਕ ਯੂ। ਹਾਂਜੀ, ਸੋ ਅਸੀਂ ਆਪਦੇ ਬੱਚੇ ਨੂੰ ਇਹ ਇੱਕ ਐਜੂਕੇਸ਼ਨ ਮੂਮੈਂਟ ਦੇ ਵਿੱਚ ਸਾਡਾ ਬੱਚਾ ਕੀ ਸਿੱਖ ਸਕਦਾ ਵਾ, ਸਾਡਾ ਬੱਚਾ ਕੀ, ਇਹ ਇੱਕ ਬੜਾ ਜ਼ਿੰਦਗੀ ਦਾ ਬਹੁਤ ਅਮੇਜ਼ਿੰਗ ਲੈਸਨ ਆ ਕਿ ਤੇਰੇ ਕੋਲ ਜ਼ਿੰਦਗੀ ਦੇ ਵਿੱਚ ਇਹ ਵੀ ਸਿਚੁਏਸ਼ਨ ਆਊ ਜਿੱਥੇ ਸਿਰਫ ਤੂੰ ਆਪਦੀ ਮਾਨਸਿਕਤਾ ਬਦਲ ਸਕਦਾ, ਪੁੱਤ ਹਾਲਾਤ ਨਹੀਂ ਬਦਲ ਸਕਦਾ, ਜਿਹੜੀ ਕਿ ਰਾਈਟ ਨਾਓ ਸਾਡੇ ਵਿੱਚ ਹੈਗੀ ਆ। ਅਸੀਂ ਰਾਈਟ ਨਾਓ ਹਾਲਾਤ ਨਹੀਂ ਬਦਲ ਸਕਦੇ, ਅਸੀਂ ਆਪਦੀ ਮਾਨਸਿਕਤਾ ਬਦਲ ਸਕਦੇ ਹਾਂ। ਐਂਡ ਜਦੋਂ ਸਾਡੀ ਮਾਨਸਿਕਤਾ ਬਦਲਣਗੀ ਤੇ ਜਿਹੜੇ ਸਾਡੇ ਘਰ ਦੇ ਅੰਦਰ ਹਾਲਾਤ ਆ ਉਹ ਜ਼ਰੂਰ ਬਦਲਣਗੇ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਦੁੱਖ ਸਿਖਾਈਏ ਐਂਡ ਇਹ ਸਿਖਾਈਏ ਕਿ ਮਾਨਸਿਕਤਾ ਦਾ ਦੁਖੀ ਹੋਣਾ ਜ਼ਰੂਰੀ ਨਹੀਂ। ਦੁੱਖ ਤੇਰੀ ਜ਼ਿੰਦਗੀ 'ਚ ਆਊਗਾ, ਪਰ ਮਨ ਦੇ ਤੌਰ 'ਤੇ ਤੂੰ ਕਿੰਨਾ ਚਿਰ ਦੁਖੀ ਰਹਿਣਾ ਇਹ ਤੂੰ ਡਿਸਾਈਡ ਕਰਨਾ ਵਾ। ਇਹ ਤੇਰੇ ਹੱਥ 'ਚ ਆ, ਇਹ ਤੇਰੇ ਕੰਟਰੋਲ ਦੇ ਵਿੱਚ ਆ ਕਿ ਮਨ ਤੇਰਾ ਕਿੰਨਾ ਦੁੱਖ ਰਵੇ। ਬਾਹਰ ਦੁੱਖ ਆਊਗਾ, ਉਹ ਤਾਂ ਤੁਸੀਂ ਆਪਾਂ ਦੇਖ ਲਓ, ਆਪਣੇ ਪੇਰੈਂਟਸ ਨੇ ਵੀ ਸਾਡੇ ਲਈ ਚੰਗੀਆਂ ਚੀਜ਼ਾਂ ਸੋਚੀਆਂ ਹੋਣਗੀਆਂ, ਪਰ ਉਹਨਾਂ ਨੂੰ ਪਤਾ ਸੀ ਕਿ ਕੋਵਿਡ-19 ਆ ਜਾਊਗਾ ਅਤੇ ਮੇਰਾ ਬੱਚਾ ਕਿਵੇਂ ਡੀਲ ਕਰੂਗਾ। ਸ਼ਾਇਦ ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਉਹ ਪਹਿਲਾਂ ਨਾ ਆਉਣ ਦਿੰਦੇ। ਸੋ ਇਹ ਬੜਾ ਜ਼ਰੂਰੀ। ਐਂਡ ਜਦੋਂ ਸਾਡੇ ਬੱਚੇ ਵੱਡੇ ਹੋਣਗੇ ਕੀ ਪਤਾ ਉਦੋਂ ਕਿਹੜੀ ਪ੍ਰੋਬਲਮ ਆਊ, ਉਦੋਂ ਕਿਹੜੀ ਲਹਿਰ ਆਊਗੀ ਵਾਇਰਸ ਦੀ, ਜਾਂ ਕਿੱਦਾਂ ਦੀ ਲਹਿਰ ਆਊਗੀ ਜਿਹੜੀ ਸਾਡੇ ਹੱਥ ਵੱਸ ਨਹੀਂ ਹੋਣਗੀ। ਸੋ ਇਹ ਸਿਖਾਉਣਾ ਸਾਡੇ ਬੱਚਿਆਂ ਨੂੰ ਕਿ ਜਦੋਂ ਬਾਹਰਲੀਆਂ ਚੀਜ਼ਾਂ ਟੁੱਟਦੀਆਂ ਹੋਣ ਉਦੋਂ ਮਨ ਦਾ ਟੁੱਟਣਾ ਜ਼ਰੂਰੀ ਨਹੀਂ ਹੈਗਾ। ਸਾਡੀ ਜਿਹੜੀ ਐਂਡ ਅਸੀਂ ਬਹੁਤ ਝੂਠ 'ਚ ਪਲਦੇ ਹਾਂ। ਐਂਡ ਆਈ ਥਿੰਕ ਇਹ ਜਦੋਂ ਮੈਂ ਆਪਣੀ ਪੇਰੈਂਟਿੰਗ ਆਪ ਦੇ ਬਾਰੇ ਵੀ ਸੋਚਦੀ ਹਾਂ, ਜਦੋਂ ਮੈਂ ਵੀ ਵੱਡੀ ਹੋ ਰਹੀ ਸੀ, ਜਾਂ ਜਿਸ ਸੁਸਾਇਟੀ ਨੇ, ਜਿਸ ਕਲਚਰ ਨੇ ਆਪਾਂ ਨੂੰ, ਕਿਉਂਕਿ ਇੱਕ ਮਾਂ ਬਾਪ ਵੀ ਇੱਕ ਸੁਸਾਇਟੀ ਅਤੇ ਕਲਚਰ ਨੂੰ ਫੋਲੋ ਕਰਦਾ। ਤੁਹਾਡੇ ਮਾਂ ਬਾਪ ਨੇ ਵੀ ਉਹੀ ਫੋਲੋ ਕੀਤਾ ਜੋ ਉਹਨਾਂ ਨੂੰ ਕਲਚਰ ਅਤੇ ਸੁਸਾਇਟੀ ਕਹਿ ਰਹੀ ਸੀ। ਮੇਰੇ ਮਾਂ ਬਾਪ ਨੇ ਵੀ ਉਹੀ ਫੋਲੋ ਕੀਤਾ ਜੋ ਉਹਨਾਂ ਨੂੰ ਕਲਚਰ ਅਤੇ ਸੁਸਾਇਟੀ, ਐਂਡ ਕਲਚਰ ਐਂਡ ਸੁਸਾਇਟੀ ਇੱਕ ਗਲਤ ਮੈਸੇਜ, ਇੱਕ ਝੂਠ ਸਾਨੂੰ ਸਿਖਾਉਂਦੇ ਆ ਜ਼ਿੰਦਗੀ ਦੇ ਵਿੱਚ। ਐਂਡ ਉਸ ਝੂਠ 'ਤੇ ਅਸੀਂ ਵਿਸ਼ਵਾਸ ਕਰਦੇ ਹਾਂ। ਉਹ ਕੀ ਸਿਖਾਉਂਦੇ ਆ? ਵੱਡੇ ਘਰ ਦਾ ਮਤਲਬ ਸੁੱਖ, ਵਿਆਹ ਦਾ ਮਤਲਬ ਸੁੱਖ, ਵੱਡੀ ਕਾਰ ਦਾ ਮਤਲਬ ਸੁੱਖ, ਬਹੁਤ ਪੈਸੇ ਦਾ ਹੋਣਾ ਸੁੱਖ। ਝੂਠ। ਰਾਈਟ ਨਾਓ ਤੁਹਾਡੇ ਕੋਲ ਸਾਰਾ ਕੁਛ ਆ, ਪਰ ਅਸੀਂ ਫਿਰ ਵੀ ਸੁਖੀ ਨਹੀਂ ਕਿਉਂਕਿ ਸਾਡੀ ਮਾਨਸਿਕਤਾ ਦੁੱਖ 'ਚ ਆ। ਸੋ ਜਦੋਂ ਇਹ ਚੀਜ਼ਾਂ ਬਾਹਰ ਖਿਲਰਦੀਆਂ, ਹੁਣ ਬਹੁਤ ਲੋਕੀ ਤੁਸੀਂ ਦੇਖੋ ਕਿੰਨੇ ਲੋਕੀ ਇਹ ਦੁਖੀ ਆ ਕਿਉਂਕਿ ਸਾਡੀ ਇਕੋਨਮੀ ਡਿੱਗ ਰਹੀ ਆ। ਇਹਦਾ ਮਤਲਬ ਕਿਤੇ ਨਾ ਕਿਸੇ ਜਿਹੜੀ ਅਸੀਂ ਖੁਸ਼ੀ ਦੀ ਜਿਹੜੀ ਲਹਿਰ ਆ, ਖੁਸ਼ੀ ਦੀ ਜਿਹੜੀ ਲੜੀ ਆ, ਉਹ ਅਸੀਂ ਬਾਹਰ ਇਕੋਨਮੀ ਨਾਲ ਜੋੜਦੀ ਆ, ਅਸੀਂ ਬਾਹਰ ਮਾਰਕੀਟ ਪਲੇਸ ਨਾਲ ਜੋੜਦੀ ਆ ਵੀ ਜਦੋਂ ਉਹ ਡਿੱਗੂਗਾ ਤੇ ਅਸੀਂ ਵੀ ਡਿੱਗਾਂਗੇ। ਐਂਡ ਇਹ ਇੱਕ ਇਨਸਾਨ ਦੀ ਇੱਕ ਸਾਡੇ 'ਚ ਗਿਫਟ ਆ ਕਿ ਜਦੋਂ ਬਾਹਰਲੀਆਂ ਚੀਜ਼ਾਂ ਡਿੱਗਣ ਅਸੀਂ ਫਿਰ ਵੀ ਸਾਡਾ ਅੰਦਰੋਂ ਅਸੀਂ ਫਿਰ ਵੀ ਜੁੜੇ ਰਹਿ ਸਕਦੇ ਹਾਂ, ਅੰਦਰੋਂ ਫਿਰ ਵੀ ਅਸੀਂ ਟਿਕੇ ਰਹਿ ਸਕਦੇ ਹਾਂ। ਪਰ ਜਿਹੜੀ ਇਹ ਸੁਸਾਇਟੀ ਆ, ਜਿਹੜਾ ਕਲਚਰ ਆ, ਇਹ ਸਾਨੂੰ ਇਹੀ ਲੈਸਨ ਦਿੰਦਾ ਕਿ ਤੂੰ ਆਪਦੀਆਂ ਉਮੀਦਾਂ ਬਾਹਰ ਵੱਲ ਲਾ, ਅੰਦਰ ਵੱਲ ਨਾ ਲਾ। ਜਦੋਂ ਐਂਡ ਇਸ ਕਰਕੇ ਤੁਸੀਂ ਦੇਖੋ ਮੈਰਿਜਸ ਟੁੱਟਦੀਆਂ ਵਾ, ਪੈਸਾ ਸਾਡਾ ਘੱਟ ਹੁੰਦਾ ਵਾ, ਬਾਹਰ ਸਾਡੀਆਂ ਚੀਜ਼ਾਂ ਟੁੱਟਦੀਆਂ, ਅਸੀਂ ਅੰਦਰੋਂ ਜਦ ਹੀ ਟੁੱਟ ਜਾਂਦੇ ਹਾਂ। ਸਾਡੇ ਬੱਚਿਆਂ ਦਾ ਅੱਜ ਕੀ ਆ, ਐਂਕਸ਼ੀਅਸ ਲੈਵਲ, ਐਂਗਜ਼ਾਇਟੀ ਕਿਉਂ ਵੱਧ ਰਹੀ ਆ? ਕਿਉਂਕਿ ਅਸੀਂ ਨਿਰਾ ਪੂਰਾ ਬਾਹਰ 'ਤੇ ਟਿਕੇ ਹੋਏ ਹਾਂ। ਐਂਡ ਬਾਹਰਲੀਆਂ ਚੀਜ਼ਾਂ ਨੇ ਟੁੱਟਣਾ, ਇਹ ਟੈਂਪਰੇਰੀ ਚੀਜ਼ਾਂ ਨੇ, ਐਂਡ ਇਹਨਾਂ ਨੇ ਟੁੱਟਣਾ, ਐਂਡ ਇਹਨਾਂ ਦੇ ਨਾਲ ਅਸੀਂ ਵੀ ਟੁੱਟਣਾ। ਇਹ ਮਾਨਸਿਕਤਾ ਅਸੀਂ ਰੱਖ ਸਕਦੇ ਹਾਂ। ਐਂਡ ਜਿੰਨਾ ਚਿਰ ਐਜ਼ ਅ ਮਾਪੇ ਅਸੀਂ ਬਾਹਰਲੀਆਂ ਚੀਜ਼ਾਂ ਨੂੰ ਦੇਖ ਕੇ ਅੰਦਰ ਤੋਂ ਆਪ ਟੁੱਟਦੇ ਰਹਾਂਗੇ, ਉਹਨਾਂ ਚਿਰ ਸਾਡੇ ਕੋਲ ਖੜਾ ਬੱਚਾ ਵੀ ਬਾਹਰਲੀਆਂ ਚੀਜ਼ਾਂ ਨੂੰ ਟੁੱਟਦਿਆਂ ਨੂੰ ਵੇਖ ਕੇ ਅੰਦਰੋਂ ਟੁੱਟੂਗਾ। ਸੋ ਇਹ ਅਸੀਂ ਇੱਕ ਲੈਸਨ, ਇੱਕ ਪੈਰੈਂਟਿੰਗ ਦੇ ਵਿੱਚ ਇਹ ਬੜਾ, ਐਂਡ ਸਾਨੂੰ ਅਸੀਂ ਝੂਠ ਦੇ ਵਿੱਚ ਪਲੇ ਹੋਏ ਹਾਂ, ਅਸੀਂ ਸਭ ਝੂਠ ਦੇ ਵਿੱਚ ਪਲੇ ਹੋਏ ਹਾਂ, ਜਿੱਥੇ ਸਾਨੂੰ ਇਹਨਾਂ ਨੇ ਕਿਹਾ ਕਿ ਬਾਹਰਲੀਆਂ ਚੀਜ਼ਾਂ ਦਾ ਜੁੜਨਾ ਹੀ ਤੇਰਾ ਜੁੜਨਾ। ਬਾਹਰਲੀਆਂ ਚੀਜ਼ਾਂ ਜਦੋਂ ਤੱਕ ਇਕੋਨਮੀ ਵਧੀਆ ਰਹੂਗੀ, ਜਦੋਂ ਤੱਕ ਤੇਰੀ ਜੌਬ ਵਧੀਆ ਰਹੂਗੀ, ਜਦੋਂ ਤੱਕ ਤੇਰੇ ਬਾਹਰਲੀਆਂ ਚੀਜ਼ਾਂ, ਤੇਰੇ ਬੈਂਕ ਬੈਲੈਂਸ ਵਧੀਆ ਰਹਿਣਗੇ, ਉਹਨਾਂ ਚਿਰ ਕਿ ਤੂੰ ਖੁਸ਼ ਰਹੇਂਗਾ। ਇਹ ਝੂਠ ਸਾਨੂੰ ਸਿਖਾਇਆ ਗਿਆ। ਐਂਡ ਇਸ ਝੂਠ 'ਤੇ ਮੈਂ ਤੁਹਾਨੂੰ ਦੱਸਦੀ ਕਿ ਅਸੀਂ ਵੀ ਹਿੱਸਾ ਵਾਂ, ਮੈਂ ਵੀ ਇਸ ਹਿੱਸਾ, ਕਿਉਂਕਿ ਇਸ ਝੂਠ ਦੇ ਵਿੱਚੋਂ ਮੈਂ ਵੀ ਹਜੇ ਪੂਰੀ ਤਰ੍ਹਾਂ ਨਿਕਲੀ ਨਹੀਂ, ਮੈਂ ਵੀ ਇਸ ਝੂਠ ਦੇ ਵਿੱਚ ਜਿਉਣੀ ਆ। ਐਂਡ ਤੁਸੀਂ ਇਮੈਜਿਨ ਕਰ ਲਓ ਕਿ ਜੇ ਮੇਰੇ ਆਲੇ ਦੁਆਲੇ ਇੱਕ ਬੱਚਾ ਖੇਡ ਰਿਹਾ ਤੇ ਉਹਨੂੰ ਮੈਂ ਝੂਠ ਹੀ ਸਿਖਾ ਸਕਦੀ, ਉਹਨੂੰ ਮੈਂ ਸੱਚ ਨਹੀਂ ਸਿਖਾ ਸਕਦੀ। ਥੈਂਕ ਯੂ। ਸੋ ਅਸੀਂ ਆਪਣੇ ਝੂਠ ਪਛਾਣਨੇ ਆ। ਮੈਂ ਵੀ ਆਪਣਾ ਝੂਠ ਪਛਾਣਦੀ ਹਾਂ ਰੋਜ਼। ਐਂਡ ਸ਼ਾਇਦ ਮੈਂ ਬਹੁਤ ਹੱਦ ਤੱਕ ਆਪਣੀ ਜ਼ਿੰਦਗੀ ਝੂਠ ਦੇ ਵਿੱਚ ਰਹਿੰਦੀ ਵੀ ਹਾਂ। ਮੈਂ ਤੁਹਾਨੂੰ ਦੱਸਾਂ, ਅਸੀਂ ਗੱਲਾਂ ਕਰਦੇ ਹਾਂ, ਪਰ ਇਹ ਬਦਲਾਵ, ਜਿਹੜਾ ਝੂਠ ਅਸੀਂ 35 ਸਾਲ 30 ਸਾਲ, ਅਸੀਂ 40 ਸਾਲ 50 ਸਾਲ ਜ਼ਿੰਦਗੀ ਦੇ ਵਿੱਚ ਆਪਦੇ ਆਪ ਨੂੰ ਬੋਲਿਆ ਹੋਵੇ, ਉਹ ਸੱਚ ਲੱਗਣ ਲੱਗ ਜਾਂਦਾ। ਐਂਡ ਇਸ ਕਰਕੇ ਉਸ ਝੂਠ 'ਚੋਂ ਨਿਕਲਣਾ 1 ਜਾਂ 2 ਦਿਨ ਦੀ ਪ੍ਰੋਸੈਸ ਨਹੀਂ। ਉਸ ਝੂਠ ਨਾਲ ਤਾਂ ਅਸੀਂ ਰੋਜ਼ 4-5 ਘੰਟੇ ਵੀ ਉਹਨੂੰ ਫਰੋਲੀਏ ਤਾਂ ਵੀ ਸਾਨੂੰ ਨਿਕਲਣਾ ਸੌਖਾ ਨਹੀਂ। ਐਂਡ ਆਪਾਂ ਤਾਂ ਸਿਰਫ ਮਾਨਸਿਕ ਜਿਹੜੀ ਕਿਰਿਆ ਅਸੀਂ ਘੰਟਾ ਜਾਂ 1.5 ਘੰਟਾ ਆਪਦੇ ਆਪ ਨੂੰ ਇਸ ਚੀਜ਼ ਦੇ ਵਿੱਚ ਕਰਦੇ ਹਾਂ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ
ਸਾਡੀ ਜਿਹੜੀ ਪੈਰੈਂਟਿੰਗ ਦੇ ਵਿੱਚ ਅਸੀਂ ਸੱਚ ਟੀਚ ਕਰੀਏ ਐਂਡ ਇੱਕ ਕਲਚਰ, ਇੱਕ ਸੁਸਾਇਟੀ ਅਸੀਂ ਸੱਚ ਕ੍ਰੀਏਟ ਕਰੀਏ ਕਿ ਸੱਚ ਕੀ ਆ। ਸੋ ਸਾਡੀ ਮਾਨਸਿਕਤਾ ਬਾਹਰਲੀਆਂ ਚੀਜ਼ਾਂ 'ਤੇ ਨਾ ਟਿਕੀ ਹੋਵੇ ਐਂਡ ਉਦੋਂ ਸਾਡਾ ਬੱਚਾ ਉਦੋਂ ਇਸ ਚੀਜ਼ ਨੂੰ ਸਮਝ ਸਕੂ ਜਦੋਂ ਅਸੀਂ ਆਪਣੇ ਆਪ ਨੂੰ ਬਾਹਰਲੀਆਂ ਚੀਜ਼ਾਂ ਤੋਂ ਤੋੜਾਂਗੇ। ਅਸੀਂ ਆਪਦੇ ਹੁਣ ਸਾਨੂੰ ਕੀ ਪਤਾ ਲੱਗਿਆ, ਇਸ ਕ੍ਰਾਈਸਿਸ ਨੇ ਸਾਨੂੰ ਕੀ ਟੀਚ ਕੀਤਾ ਕਿ ਸਭ ਤੋਂ ਵੱਡਾ ਬੈਂਕ ਬੈਲੈਂਸ ਵੀ ਨਹੀਂ ਸਾਨੂੰ ਬਚਾ ਸਕਦਾ, ਸਭ ਤੋਂ ਵੱਡੀ ਕਾਰ ਵੀ ਸਾਨੂੰ ਇਸ ਚੀਜ਼ਾਂ ਦੁੱਖ ਤੋਂ ਨਹੀਂ ਬਚਾ ਸਕਦੀ, ਸਭ ਤੋਂ ਵੱਡਾ ਘਰ ਵੀ ਸਾਨੂੰ ਦੁੱਖ ਤੋਂ ਨਹੀਂ ਬਚਾ ਸਕਦਾ, ਸਭ ਤੋਂ ਵੱਡੀ ਜੌਬ ਵੀ ਸਾਨੂੰ ਦੁੱਖ ਤੋਂ ਨਹੀਂ ਬਚਾ ਸਕਦੀ ਐਂਡ ਸਭ ਤੋਂ ਵੱਡਾ ਕੁਛ ਵੀ ਤੁਸੀਂ ਲਾ ਲਓ ਜਿਹੜੀ ਚੀਜ਼ 'ਤੇ ਤੁਹਾਨੂੰ ਝੂਠ ਬੋਲਿਆ ਗਿਆ ਕਿ ਤੁਸੀਂ ਇਹ ਚੀਜ਼ ਤੁਹਾਨੂੰ ਦੁੱਖ ਤੋਂ ਬਚਾਊਗੀ, ਝੂਠ ਸੀ ਉਹ ਸਭ ਜਿਹਨੇ ਤੁਹਾਨੂੰ ਕਿਹਾ ਕਿ ਦੁੱਖ ਤੋਂ ਤੁਸੀਂ ਬਚੋਗੇ। ਐਂਡ ਸੱਚ ਕੀ ਹੈ ਕਿ ਅਸੀਂ ਆਪਦੀ ਮਾਨਸਿਕਤਾ ਦੇ ਅੰਦਰੋਂ ਕੀ ਟਟੋਲਣਾ ਐਂਡ ਇਹ ਝੂਠ ਜਿਵੇਂ ਮੈਂ ਫਿਰ ਤੁਹਾਨੂੰ ਪਹਿਲਾਂ ਵੀ ਕਿਹਾ ਸਾਨੂੰ ਬੋਲੇ ਗਏ ਆ, ਇਸ ਕਰਕੇ ਅਸੀਂ ਉਹਨਾਂ ਨੂੰ ਰਿਪੀਟ ਕਰੀ ਜਾਂਦੇ ਹਾਂ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਫੇਲੀਅਰ ਇਹਨੂੰ ਇੱਕ ਓਪਰਚੁਨਿਟੀ ਕਿਵੇਂ ਬਣਾਈਏ, ਇੱਕ ਕ੍ਰਾਈਸਿਸ ਨੂੰ ਓਪਰਚੁਨਿਟੀ, ਇੱਕ ਪੜ੍ਹਾਈ ਕਿਵੇਂ ਬਣੇ, ਇਹ ਇੱਕ ਮਾਨਸਿਕ ਪੜ੍ਹਾਈ ਬਣੇ ਸਾਡੇ ਬੱਚਿਆਂ ਵਾਸਤੇ ਕਿ ਮੇਰਾ ਮਾਂ ਬਾਪ ਬਾਹਰ ਨੂੰ ਡੋਲਦੇ ਨੂੰ ਦੇਖ ਕੇ ਵੀ ਅੰਦਰੋਂ ਨਹੀਂ ਸੀ ਡੋਲਦਾ। ਐਂਡ ਜਦੋਂ ਅਸੀਂ ਇਹ ਐਂਡ ਮੈਂ ਨਹੀਂ ਕਹਿ ਰਹੀ ਕਿ ਸਾਡੇ 'ਚ ਭਾਵਨਾਵਾਂ ਨਹੀਂ ਆ ਸਕਦੀਆਂ, ਜ਼ਰੂਰ ਆ ਸਕਦੀਆਂ। ਜੇ ਤੁਹਾਡਾ ਬੱਚਾ ਐਂਕਸ਼ੀਅਸ ਆ ਅਤੇ ਕੋਲ ਬਹਿ ਜਾਓ, ਉਹਦੀ ਇੰਗਜ਼ਾਇਟੀ ਦਬਾਉਣ ਦੀ ਕੋਸ਼ਿਸ਼ ਨਾ ਕਰੋ। ਜੇ ਅਸੀਂ ਡਰ ਦੇ ਵਿੱਚ ਆ, ਡਰ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ, ਹੱਥ ਫੜ ਲਓ। ਤੁਸੀਂ ਦੇਖਿਆ ਕਿ ਕਈ ਵਾਰ ਇਮੈਜਿਨ ਕਰਕੇ ਦੇਖੋ ਕਿ ਜਦੋਂ ਅਸੀਂ ਬਾਹਰ ਤੁਰਦੇ ਹਾਂ ਅਤੇ ਇਕੱਲੇ ਤੁਰੇ ਜਾਂਦੇ ਹਨੇਰੇ ਦੇ ਵਿੱਚ ਅਤੇ ਸਡਨਲੀ ਜਿਹੜੇ ਸਾਨੂੰ ਕੋਈ ਬਹੁਤ ਪਿਆਰ ਕਰਦਾ ਵਾ ਉਹ ਸਾਡਾ ਹੱਥ ਫੜ ਲੈਂਦਾ ਅਤੇ ਸਾਡਾ ਡਰ ਆਪਦੇ ਆਪ ਖਤਮ ਹੋ ਜਾਂਦਾ। ਉਹ ਸਾਨੂੰ ਇਹ ਵੀ ਕਹਿੰਦਾ ਵੀ ਨਹੀਂ ਵੀ ਤੂੰ ਡਰ ਨਾ, ਆਪਦੇ ਆਪ ਡਰ ਚਲਾ ਜਾਂਦਾ ਵੀ ਕਿਸੇ ਸਾਥ ਲੱਭ ਜਾਂਦਾ। ਸੋ ਇਵੇਂ ਜਿਹੜਾ ਇੱਕ ਸਾਥ ਆ ਜਦੋਂ ਅਸੀਂ ਆਪਣੇ ਬੱਚੇ ਨੂੰ ਦੇ ਜਾਂਦੇ ਨਾ, ਉਹਦੀਆਂ ਭਾਵਨਾਵਾਂ ਆਪਦੇ ਆਪ ਠੀਕ ਹੋ ਜਾਂਦੀਆਂ ਵਾ। ਸਾਨੂੰ ਕੁਛ ਕਹਿਣਾ ਨਹੀਂ ਪੈਂਦਾ ਵੀ ਦਬਾ ਇਹਨਾਂ ਨੂੰ ਨਾ ਆਉਣ ਤੇਰੇ ਵਿੱਚ। ਸੋ ਦੁੱਖ ਤੋਂ ਸਾਨੂੰ ਕੋਈ ਬਚਾ ਨਹੀਂ ਸਕਦਾ ਗਾ, ਪਰ ਦੁੱਖ ਦੇ ਵਿੱਚ ਅਸੀਂ ਨਾਲ ਰਹਿਣਾ ਜ਼ਰੂਰ ਸਿੱਖ ਜਾਂਦੇ ਹਾਂ। ਸੋ ਇੱਕ ਬੱਚੇ ਨੂੰ ਤੁਹਾਡੇ ਨੂੰ ਸਿਰਫ ਤੁਹਾਡਾ ਕੋਮਲ ਹੱਥ ਚਾਹੀਦਾ, ਜਿਹਨੂੰ ਦੇਖ ਕੇ ਉਹਨੂੰ ਆਪਦੇ ਆਪ ਤੁਹਾਨੂੰ ਇਹ ਵੀ ਨਹੀਂ ਕਹਿਣਾ ਪੈਣਾ ਕਿ ਤੂੰ ਡਰਨਾ, ਉਹ ਆਪਦੇ ਆਪ ਉਹਦੀ ਭਾਵਨਾਵਾਂ ਦੇ ਵਿੱਚ ਚਲੀ ਜਾਊਗੀ। ਸੋ ਬੜਾ ਇਸ ਚੀਜ਼ ਨੂੰ ਟਟੋਲਿਓ ਐਂਡ ਆਈ ਥਿੰਕ ਇਹ ਬੜਾ ਵੱਡਾ ਲੈਸਨ ਆ। ਇਸ ਨੂੰ ਇੱਕ ਕ੍ਰਾਈਸਿਸ ਨਾ ਆਪਾਂ ਕਹੀਏ, ਇਹਨੂੰ ਇੱਕ ਲੈਸਨ ਕਹੀਏ, ਇੱਕ ਵਿੱਦਿਆ ਵਾ, ਇੱਕ ਐਜੂਕੇਸ਼ਨ ਆ। ਇਹਨੂੰ ਕਿਵੇਂ ਵਧੀਆ ਐਜੂਕੇਸ਼ਨ ਬਣਾਈਏ। ਕੱਲ੍ਹ ਅਸੀਂ ਮੈਂ ਸੋਚ ਰਹੀ ਸੀ ਕਿ ਤੁਸੀਂ ਆਪਣੀਆਂ ਕਹਾਣੀਆਂ ਜਿਹੜੀਆਂ ਵੀ ਇਸ ਕ੍ਰਾਈਸਿਸ ਦੇ ਵਿੱਚ ਤੁਸੀਂ ਮਾਨਸਿਕ ਕਹਾਣੀਆਂ ਆਪਦੇ ਆਪ 'ਚ ਬਣਾਈਆਂ ਹੋਈਆਂ ਐਂਡ ਤੁਸੀਂ ਉਹ ਕਹਾਣੀਆਂ ਆਪਦੇ ਆਪ ਨੂੰ ਦੱਸ ਰਹੇ ਹੋ। ਮੈਂ ਸੋਚਦੀ ਹਾਂ ਕਿ ਉਹ ਕਹਾਣੀ ਤੁਸੀਂ ਸਾਨੂੰ ਜੇ ਤੁਸੀਂ ਮੈਸੇਜ ਕਰੋ, ਸਾਨੂੰ ਮੈਸੇਜ ਕਰ ਸਕਦੇ ਹੋ ਕਹਾਣੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਨੂੰ ਜਦੋਂ ਅਸੀਂ ਲਾਈਵ ਸੈਸ਼ਨ ਕੀਤਾ ਉਹਦੇ ਵਿੱਚ ਅਸੀਂ ਤੁਹਾਡੀ ਕਹਾਣੀ, ਤੁਹਾਡਾ ਨਾਮ ਨਹੀਂ ਦਿੱਤਾ ਜਾਊਗਾ, ਅਸੀਂ ਤੁਹਾਡੀ ਕਹਾਣੀ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ। ਇੱਕ ਬੁਰੀ ਕਹਾਣੀ ਨੂੰ ਇੱਕ ਚੰਗੀ ਕਹਾਣੀ ਕਿਵੇਂ ਬਣਾ ਸਕਦੇ ਹਾਂ, ਇੱਕ ਜਿਹੜਾ ਸਾਡੇ ਕੋਲ ਮਟੀਰੀਅਲ ਤੁਸੀਂ ਦਿਓਗੇ ਅਸੀਂ ਉਹ 'ਚੋਂ ਸਿੱਖ ਕੀ ਸਕਦੇ ਹਾਂ, ਉਹਦੇ ਵਿੱਚ ਉੱਭਰ ਕਿਵੇਂ ਸਕਦੇ ਹਾਂ। ਸੋ ਜੇ ਤੁਹਾਡੀ ਇੱਕ ਮਾਨਸਿਕ ਕਹਾਣੀ ਹੈ ਜਿਹੜੀ ਤੁਸੀਂ ਚਾਹੁੰਦੇ ਆ ਕਿ ਇਹ ਬਦਲੇ, ਤੁਸੀਂ ਸਾਨੂੰ ਕਹਾਣੀ ਮੈਸੇਜ ਕਰ ਸਕਦੇ ਹੋ, ਲਿਖ ਸਕਦੇ ਹੋ ਐਂਡ ਕੋਸ਼ਿਸ਼ ਕਰਾਂਗੇ ਕਿ ਜਦੋਂ ਕੱਲ੍ਹ ਨੂੰ ਅਸੀਂ ਤੁਹਾਡੇ ਨਾਲ ਲਾਈਵ ਸੈਸ਼ਨ ਕੀਤਾ ਅਸੀਂ ਉਹ ਕਹਾਣੀ ਤੁਹਾਡੀ ਬਦਲਾਂਗੇ ਐਂਡ ਜੇ ਤੁਸੀਂ ਉਹ ਵਾਚ ਕਰ ਰਹੇ ਹੋਗੇ ਤੁਹਾਨੂੰ ਪਤਾ ਲੱਗ ਜੂਗੀ ਕਿ ਮੇਰੀ ਕਹਾਣੀ ਆ। ਸੋ ਅਸੀਂ ਉਹ ਕਹਾਣੀ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ ਕੱਲ੍ਹ ਨੂੰ। ਸੋ ਪਲੀਜ਼ ਕੱਲ੍ਹ ਨੂੰ ਲਾਈਵ ਸਾਡੇ ਨਾਲ ਜ਼ਰੂਰ ਜੁਆਇਨ ਕਰਿਓ। ਜਿੰਨੇ ਤੁਸੀਂ ਮੈਸੇਜ, ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਕਹਾਣੀਆਂ ਉਹਨਾਂ ਦੇ ਵਿੱਚ ਅਸੀਂ ਥਰੂ ਜਾ ਸਕੀਏ ਤਾਂ ਅਸੀਂ ਕਹਾਣੀ ਨੂੰ ਇੱਕ ਵਿੱਦਿਆ ਬਣਾ ਸਕੀਏ, ਕਹਾਣੀ ਨੂੰ ਇੱਕ ਐਜੂਕੇਸ਼ਨ ਬਣਾ ਸਕੀਏ। ਥੈਂਕ ਯੂ ਐਵਰੀਵਨ। ਹਾਂਜੀ, ਵੀ ਨੀਡ ਟੂ ਟੀਚ ਕਿਡਸ ਟੂ ਬੀ। ਥੈਂਕ ਯੂ। ਹਾਂਜੀ, ਬਹੁਤ ਵਧੀਆ ਕਮੈਂਟ ਆ ਤੁਹਾਡੇ। ਪਲੀਜ਼ ਇੱਦਾਂ ਹੀ ਤੁਸੀਂ ਇਹ ਵੀਡੀਓਜ਼ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਜਾਂ ਤਾਂ ਜੋ ਕੋਈ ਘਰੇ ਬੈਠਾ ਆਪਦੇ ਆਪ ਨੂੰ ਮਾਨਸਿਕ ਤਣਾਅ 'ਚੋਂ ਕੱਢ ਸਕੇ। ਮਕਸਦ ਸਾਡਾ ਇਹਨਾਂ ਵੀਡੀਓਜ਼ ਲਈ ਇਹੀ ਹੈ ਕਿ ਅਸੀਂ ਆਪਣਾ ਬਾਹਰਲੀ ਦਿਸ਼ਾ ਨਹੀਂ ਅਸੀਂ ਬਦਲ ਸਕਦੇ, ਪਰ ਅਸੀਂ ਮਨ ਦੀ ਦਿਸ਼ਾ ਬਦਲ ਸਕਦੇ ਹਾਂ ਐਂਡ ਉਹਦੇ ਵਿੱਚ ਅਸੀਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿੰਨੀ ਵੀ ਅਸੀਂ ਕਰ ਸਕਦੇ ਹਾਂ। ਥੈਂਕ ਯੂ ਐਵਰੀਵਨ। ਸਟੇ ਹੋਮ, ਸਟੇ ਸੇਫ।